ਮੇਰੇ ਦੋਸਤੋ ਅੱਜ ਕੋ 1400 ਸਾਲ ਹੋ ਗਏ ਨੇ ਸਾਡੇ ਜਿਹੜੇ ਉਲਮਾ ਨੇ ਸੁਨਨਤ ਵਲ ਜਮਾਤ ਵਾਲੇ ਇਹਨਾਂ ਨੇ ਬਿਲਕੁਲ ਆਪਣਾ ਜਨਾਬ ਜੀ ਉਹ ਸੀਸਾ ਪਲਾਈ ਦੀਵਾਰ ਬੁਨਿਆਨ ਨੂੰ ਮਰਸੂਸ ਕੁਰਾਨ ਪਾਕ ਦੇ ਵਿੱਚ ਇੱਕ ਆਏ ਤੇ ਉਹਦੇ ਵਿੱਚ ਜ਼ਿਕਰ ਹੈ ਔਰ ਵੈਸੇ ਤੇ ਬੁਨਿਆਨ ਨੂੰ ਮਰਸੂਸ ਹੋਰ ਕਿਸੇ ਪਾਸੋਂ ਨਹੀਂ ਨਜ਼ਰ ਆਉਂਦੇ ਲੇਕਿਨ ਇਹ ਸਿਰਫ ਔਰ ਸਿਰਫ ਸਾਡਾ ਸੁਨਨਤ ਵਲ ਜਮਾਤ ਦਾ ਜਿਹੜਾ ਫਿਰਕਾ ਹੈ ਇਹ ਸਾਹਬਾ ਇਕਰਾਮ ਨੂੰ ਮੰਨਣ ਵਿੱਚ ਬੁਨਿਆਨ ਨੂੰ ਮਰਸੂਸ ਨੇ ਉਹਦੇ ਵਿੱਚ ਭਾਵੇਂ ਤੁਸੀਂ ਕੁਰਾਨ ਪਾਕ ਦੀ ਆਇਤ ਪੇਸ਼ ਕਰੋਗੇ ਉਹ ਵੀ ਉੱਡ ਪੁੱਡ ਜਾਏਗੀ ਫਿਰ ਜੇ ਤੁਸੀਂ ਫਰਮਾਨ ਰਸਾਲਤ ਮਾਫ ਸੱਲੱਲਾਹੁ ਅਲੈਹਿ ਵਸੱਲਮ ਦਾ ਪੇਸ਼ ਕਰੋਗੇ ਉਹ ਵੀ ਉੱਡ ਪੁੱਡ ਜਾਏਗਾ ਕਿਉਂਕਿ ਜਿਹੜੇ ਬੁਨਿਆਨ ਮਰਸੂਸ ਮੌਲਵੀ ਨੇ ਉਹਨਾਂ ਨੇ ਕੰਮ ਕੀ ਕਰਨਾ ਹੈ ਉਹਨਾਂ ਨੇ ਹਰ ਸੂਰਤ ਦੇ ਵਿੱਚ ਆਪਣੇ ਅਕਾਬਰੀਨ ਨੂੰ ਵਿੱਚ ਪੇਸ਼ ਕਰ ਦੇਣਾ ਹੁੰਦਾ ਹੈ ਉਹਨਾਂ ਦੇ ਉਹਦਾ ਕੋਈ ਨਾ ਕੋਈ ਤਵੀਲ ਕਰ ਲੈਣਾ ਹੁੰਦਾ ਹੈ ਕੋਈ ਨਾ ਕੋਈ ਝੂਠ ਬੋਲ ਲੈਣਾ ਹੁੰਦਾ ਹੈ ਆਪਣੀ ਜੇਬ ਚੋਂ ਪਾ ਪੂ ਕੇ ਉਸ ਮੈਚ ਨੂੰ ਜਿੱਤ ਕੇ ਜਾਣਾ ਹੁੰਦਾ ਹੈ। ਹੁਣ ਇਹ ਵੀ ਜਿਹੜੇ ਅੱਜ ਖਾਨ ਸਾਹਿਬ ਆਏ ਨੇ ਇਹ ਵੀ ਦੇਖ ਲਓ ਨਾ ਚਿਹਰੇ ਮੋਹਰੇ ਤੋਂ ਕੋਈ ਲੱਗਦੇ ਕੋਈ ਆਲਮ ਹੀ ਨੇ ਲੇਕਿਨ ਇੱਕ ਸਾਦੇ ਬਣ ਕੇ ਤੇ ਇਹ ਆ ਕੇ ਅੱਲਾਹ ਯਾਰੀ ਤੇ ਕੋਈ ਆਪਣੇ ਸਵਾਲੋ ਜਵਾਬ ਕਰਨਗੇ ਉਹਦੇ ਚ ਤੁਹਾਨੂੰ ਖੁਦ ਸਮਝ ਆ ਜਾਏਗੀ ਕਿ ਇਹਨਾਂ ਨੂੰ ਮਾਰਫਤ ਕਿੰਨੀ ਹੈ ਇਹਨਾਂ ਨੂੰ ਫਹਿਮ ਕਿੰਨਾ ਹੈ ਇਹਨਾਂ ਨੂੰ ਸਮਝ ਕਿੰਨੀ ਹੈ। 1400 ਸਾਲ ਤੋਂ ਅਗਰ ਨਮਾਜ਼ ਇਹ ਸਾਰੇ ਲੋਕ ਪੜ੍ਹਦੇ ਨੇ ਤੇ ਫਿਰ ਜਦੋਂ ਦਰੂਦ ਭੇਜਦੇ ਨੇ ਮੁਹੰਮਦ ਵਾਲੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੇ ਕਿਆ ਉਹਨਾਂ ਦੀ ਮਾਰਫਤ ਵੀ ਹੈ ਜਿਨ੍ਹਾਂ ਤੇ ਦਰੂਦ ਹੈ। ਮੇਰੇ ਹਿਸਾਬ ਨਾਲ ਸੁਨਨਤ ਵਲ ਜਮਾਤ ਵਾਲਿਆਂ ਕੋਲ ਮਾਰਫਤ ਵਾਲਾ ਕੰਮ ਕੋਈ ਨਹੀਂ। ਮਾਰਫਤ ਵਾਲਾ ਜਦੋਂ ਕੰਮ ਕੋਈ ਨਹੀਂ ਤੇ ਫਿਰ ਉਹਨਾਂ ਦੀ ਸ਼ਾਨ ਚ ਗੁਸਤਾਖੀਆਂ ਵੀ ਜਿਹੜੇ ਨਾ ਸਾਡੇ ਸੁਨਨਤ ਵਲ ਜਮਾਤ ਵਾਲੇ ਕਰ ਲੈਂਦੇ ਨੇ। ਫਿਰ ਉਸ ਤੋਂ ਬਾਅਦ ਹੁੰਦਾ ਕੀ ਹੈ ਕੋਈ ਨਾ ਕੋਈ ਜਨਾਬ ਜੀ ਇਮਾਮ ਮਹਿਦੀ ਹੋਣ ਦਾ ਉਹ ਦਾਵਾ ਕਰ ਲੈਂਦਾ ਹੈ ਕੋਈ ਨਾ ਕੋਈ ਨਬੂਵਤ ਦਾ ਦਾਵਾ ਕਰਦਾ ਜਿੰਨੇ ਵੀ ਨੇ। ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਇਹ ਵੀ ਸੁੰਨੀ ਸੀ ਸੁਨੀਆਂ ਤੋਂ ਇੱਕ ਹੋਰ ਜੁਜ਼ ਅੱਗੇ ਬਣ ਗਈ ਹੈ ਜਨਾਬ ਜੀ। ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਫਿਰਕੇ ਜਿਹੜੇ ਨਾ ਬਣਦੇ ਚਲੇ ਜਾਂਦੇ ਨੇ ਪਏ। ਇਹਦੇ ਵਿੱਚ ਸਿਰਫ ਔਰ ਸਿਰਫ ਨਲਾਇਕੀ ਸਾਡੀ ਜਿੰਜ ਮੁਫਤੀ ਫਜ਼ਲ ਅਹਿਮਦ ਚਿਸ਼ਤੀ ਇਹਦੇ ਨਾਲ ਦੇ ਬਹੁਤ ਸਾਰੇ ਜਿਹੜੇ ਮੌਲਵੀ ਨੇ ਇਸ ਰੂਏ ਜ਼ਮੀਨ ਤੇ ਜਨਾਬ ਜੀ ਖਿਲਰੇ ਹੋਏ ਨੇ ਜਨਾਬ। ਉਹ ਆਪਣੇ ਆਪਣੇ ਬੰਦਿਆਂ ਨੂੰ ਟੋਕਰਿਆਂ ਥੱਲੇ ਉਹਨਾਂ ਨੇ ਕੀਤਾ ਹੈ ਉਹਨਾਂ ਨੂੰ ਝੂਠ ਸੁਣਾਉਣ ਸੱਚ ਸੁਣਾਉਣ ਉਹ ਉਹਨਾਂ ਦਾ ਸੁਣ ਕੇ ਨਾਰੇ ਮਾਰ ਕੇ ਵੇਲਾਂ ਦੇ ਕੇ ਆਪਣੇ ਘਰਾਂ 'ਚ ਟੁਰ ਜਾਂਦੇ ਨੇ। ਇਹਨਾਂ ਤੋਂ ਪਹਿਲੇ ਵੀ ਇਹੋ ਜਿਹੇ ਮੌਲਵੀ ਜਨਾਬ ਜੀ ਗੁਜ਼ਰਦੇ ਰਹੇ ਨੇ ਉਹਨਾਂ ਨੇ ਕੁਛ ਤਹਿਰੀਰ ਕਰ ਦਿੱਤਾ ਹੈ। ਸਾਡੇ ਮੌਲਵੀ ਉਹਨਾਂ ਦੀ ਜਾਨ ਨਹੀਂ ਛੱਡਦੇ ਆਂਦੇ ਨੇ ਉਲਮਾ ਨੇ ਇਜਮਾ ਕਰ ਲਿਆ ਹੈ ਉਲਮਾ का इजमा है सुन्नत वल जमात का इजमा है। वो जेड़ा इजमा करके ते जो मर्जी उन्होंने अपने को फार्मूले बनाए ने ओही लाना है पूरे दे पूरे जनाब जी दीन इस्लाम ते और भावें सारे लोग गुमराह हो जान साडे सुन्नत वल जमात वाले नहीं जे मुड़ देना कमां ते। वालेकुम अस्सलाम व रहमतुल्लाहि व बरकातुहू। अलामा साहब कैसे हो? ठीक ठाक हो? हम पेशावर से अल्लाह ताला का एहसान अल्लाह ताला का एहसान। थैंक यू सर अल्लाह आपको जज़ाए खैर दे। और ठीक ठाक हो माशाल्लाह। हम आपके प्रोग्राम में बहुत देखता है बहुत अच्छे बातें करते हो बल्कि सच बोलते हो हक बात करते हो। हम हमेशा आपके साथ है और इंशाल्लाह हमारी एक मौजू था उसके बारे में मालूमात करना है आपके साथ। जी जी बोलें। अच्छा ये नबी करीम सल्लल्लाहु अलैहि वसल्लम जिसका मिसाल से इसके साथ उमर और अबू बकर सिद्दीक इसमें तीनों कब्रें हैं ना। इसका जनाजे के बारे में इसके तारीख के बारे में कुछ पता आपको कोई हदीस वगैरह कुछ? तो नबी सल्लल्लाहु अलैहि वसल्लम जहाँ दफन है ये कोई कब्रिस्तान नहीं है। नबी सल्लल्लाहु अलैहि वसल्लम अपने घर में दफन है उनका अपना जाती जो मकान है हाँ प्रॉपर्टी है उसमें। अच्छा जी अच्छा। अबू बकर अगर ये कब्रिस्तान होता ना तो कोई जवाज बनता कि भाई अबू बकर उमर वहां पे दफन हो गए। तो ये क्यों नबी सल्लल्लाहु अलैहि वसल्लम सुन लो ना भाई पठान भाई जी जी ये नबी सल्लल्लाहु अलैहि वसल्लम के साथ दफन हुए हैं इसके पैगंबर ने कोई वसीयत किया था? कोई वसीयत नहीं है। आप दिखा दें कुतुब तारीख में कि नबी सल्लल्लाहु अलैहि वसल्लम ने कहा हो कि मेरे साथ अबू बकर को दफन करो या उमर को, कोई वसीयत नहीं है। तो भाई जिन लोगों ने सब कुछ गस्ब किया तो नबी सल्लल्लाहु अलैहि वसल्लम के घर पे भी गस्ब किया उनके कब्र पे भी गस्ब किया ना। तो ये भी एक जुल्म है जी जी कि आप अपने मुर्दे को किसी के घर में आके उसकी इजाजत के बगैर दफन कर दें। लेकिन ज्यादा ये हमारे देवबंद वाले लोग ये अली का फजाइल जो है वो ज्यादा बयान नहीं करता है। वो ये लोग छुपाते हैं चोरी चुपके से छुपाते हक नहीं बोलते इसका वाजिह। लेकिन जब हमारे ये आलिम बोलता है ना अली जो है ना इल्म का दरवाजा है अल्लाह के रसूल अल्लाह शहर है दीन का लेकिन मैं शहर हूँ और अली दरवाजा है। ये बात मानते हैं जब उसके साथ ये बात ही जाहिर करता है। ठीक है भाई ठीक है आप सही फरमा कोई क्या बोलते हो हम आपके ज्यादा आपके बात करते हैं लेकिन आपके प्रोग्राम में हम सुनते आ रहे हैं लेकिन ये बात ये ज्यादा लेकिन 300 आयत है कुरान मजीद में इस पर नाजिल है अली पर हम उसके ये बात बोलते हैं वो मानते नहीं है। अल्लाह ताला उनको हिदायत दे भाई ठीक है ना यही कह सकता। अच्छा और दूसरी सवाल यही है ना ये नबी करीम सल्लल्लाहु अलैहि वसल्लम
1400 साल पहले जब हम मुसलमान आ रहे हैं ना उधर से, लेकिन आप लोग जो नमाज पढ़ते हो ना, इसमें एक गोल पत्थर है, करबला एक गोल पत्थर है, मट्टी पे हम सजदा करते हैं, ठीक है ना, उसके, लेकिन उधर से जब नमाज आ रहे हो वो अलग है, और इधर से जब आप लोग नमाज पढ़ते हो ना बगैर खातों से, उस जैसे पत्थर गोल पत्थर है उस पर आप लोग सजदा रखते हो, उसका मकसद क्या है? उसका मकसद यह है कि हम अहले बैत अलैहिमुस्सलातु वस्सलाम ने फरमाया है और रसूलुल्लाह सल्लल्लाहु अलैहि वसल्लम ने फरमाया, जुअलत लियल अर्दु मस्जिदन व तहूरा, अल्लाह ताला ने मेरे लिए जमीन को महल सुजूद करार दिया है। तो महल सुजूद क्या है? ये बुखारी की रिवायत अच्छा। है। जो हम महल सुजूद क्या है? जमीन है। जमीन में क्या होता है? या मिट्टी है, या खाक है, या पत्थर है, या रेत है। और बुखारी की रिवायत आप देख लेना, जो अलत लियल अर्दु मस्जिदन व तहूरा। अच्छा, वो समय ये महल सुजूद जो है क्या है? जमीन है। बुखारी की रिवायत आपको दिखा दें, कोई बात नहीं, दिखा देते हैं। मोहतरम नाज़रीन, ये बुखारी है, छाप दार इह्या तुराथ अल अरबी 2001 में बेरूत लेबनान में छपी है। ये किताब तयम्मुम है। वजुअलत लियल अर्दु मस्जिदन व तहूरा, अर्ज मेरे लिए महल सुजूद है। महल सुजूद क्या है? अर्द। अर्द किसको बोलते हैं? जमीन को। जमीन या पत्थर है, या रेत है, या मिट्टी है, ठीक है ना। आप फर्श पे सजदा करें, ये फर्श जमीन नहीं है, ठीक है ना। अहले बैत ताहिरीन अलैहिस्सलाम ने फरमाया है कि 3 चीजों पे आप सजदा नहीं कर सकते। ये क्योंकि ये दुनिया वालों के रब हैं, दुनिया वालों का इलाह है, दुनिया वालों का माबूद है। वो क्या है? एक जो महंगी पत्थरें जमीन से निकाली जाते हैं, मादनियात, मसलन सोना है, चांदी है, या कीमती जो पत्थर है, ये दुनिया वालों का इलाह है। दूसरा जिस चीज पे सजदा नहीं कर सकते वो कपड़ा है, पहनने वाली चीजें, ये दुनिया वाले इससे ऐश करते हैं, ये इनका माबूद है। और तीसरा खाने की चीजें, ये दुनिया वालों का माबूद है। अहले दुनिया इनकी इबादत कर, जिंदगी उनकी इसीलिए गुजरती है। तो इन चीजों पे सजदा नहीं कर सकते। इनके इसके अलावा हर चीज पे सजदा कर सकते हैं, लेकिन बेहतरीन चीज क्या है? जमीन है, मिट्टी है, मिट्टी। और मिट्टी जो है, क्योंकि सजदे का मतलब क्या है कि इंसान अपने आप को जलील कर देता है, छोटा कर देता है। तजल्लुल का नाम है अल्लाह के सामने, कि सबसे प्यारा जो हिस्सा है इंसान का चेहरा, उसको आप खाक पे रख दें, तो इसमें ज्यादा तजल्लुल है, इसमें ज्यादा अपने नफ्स की तस्गीर और तहकीर और अल्लाह के सामने अपने आप को छोटा करना है, तो मिट्टी पे होनी चाहिए, ठीक है ना। तो हमारे मजहब में मिट्टी दूसरों चीजों से बेहतर है, और मिट्टी में सबसे बेहतरीन मिट्टी जो है करबला की मिट्टी है। करबला की मिट्टी है। हजरत इमाम जाफर सादिक अलैहिस्सलाम की हदीस है कि अगर कोई शख्स करबला की मिट्टी पे सजदा कर देता है तो उसके जो नमाज है, नमाज जब इंसान पढ़ लेता है तो वो मुख्तलिफ चेक पॉइंट से गुजरता है। 7 चेक पॉइंट होते हैं। मलाइका तहारत चेक करते हैं, क़िराअत चेक करते हैं, वक्त चेक करते हैं, शराइत, खुलूस वगैरह चेक करते हैं, अल्लाह के पास जाता है। लेकिन अगर कोई करबला की मिट्टी पे नमाज पढ़े तो इमाम हुसैन अलैहिस्सलातु वस्सलाम की बरकत की वजह से, उनकी शराफत की वजह से और उनके एहतराम में मलाइका उस नमाज को चेक नहीं करते, वो सीधा चला जाता है अल्लाह ताला के पास नमाज। तो ये करबला की मिट्टी की अहमियत है। तो हम जो जिस टिक्की पे हम सजदा करते हैं वो करबला की मिट्टी, वो कोई चीज़ नहीं है, करबला से की मिट्टी होती है, पानी से मिला के उसको सख्त बनाया जाता है, उस पर हम सजदा करते हैं। अगर कोई उससे पानी ना मिलाए ना, टिक्की ना बनाए, वो ओपन रख दे, खुला हुआ मिट्टी हो, यानी पाउडर की शक्ल में जैसे मिट्टी होती, वो भी कोई हर्ज नहीं है, लेकिन उसको रखना मुश्किल होता है, उसकी हिफाजत करना मुश्किल होता है उस तरह से, ठीक है ना। तो हम किस पे सजदा करते हैं? मिट्टी पे इसलिए सजदा करते हैं क्योंकि उसको देखे, मैं आपको दिखा दूं, ये है करबला की मिट्टी, ठीक है ना, ये मेरे हाथ में, इस पे हम सजदा करते हैं। ये मिट्टी है, ठीक है ना, ये मिट्टी है। इसमें अब ये मुख्तलिफ अंदाज में होता है, गोल होता है या मुस्ततील होता है, रेक्टेंगुलर होता है, सर्कुलर होता है, उससे फर्क नहीं पड़ता, उस पर सजदा करते हैं। यह मिट्टी है, इसको पानी से मिला के इसको सख्त किया जाता है ताकि इसकी हिफाजत करना, रखना आसान हो। वह अगर कोई थैले में आके रख दे ना, मिट्टी, करबला की मिट्टी ला दे थैले में, उसको अपनी जानमाज पे रख दे, उस पर सजदा किया, कोई मुश्किल नहीं है, लेकिन उसको हिफाजत करना उसका मुश्किल होता है। ओके मेरे भाई पठान भाई, अल्लाह आपको जज़ाए खैर दे।
اللہ آپ کو سلامتی دے. اور مزید ایک بات اور جی ہاں ہلو جی ہلو ہاں علامہ صاحب السلام علیکم. یہ بات وعلیکم میں آپ السلام. سے کر رہا تھا. ایک اور جی. سوال ہے میرا ذہن میں آتا ہے لیکن سوال تو آتا رہے گا ہم نا, بولتے ہیں نا آپ لوگ. سوال تو آتا رہے گا, وہ تو ختم نہیں ہوگا نا کبھی, وہ تو آتا رہے گا. میں اس کا بھی جواب اچھا دوں جی, پھر اس کے بعد بھی ایک اور آ جائے گا, کافی ہے نا. امام حسین حسن حسین امام حسین یہ جنت کے حقدار ہے, جنت کے حقدار ہے, ہم سب مانتے ہیں. تو وہ تو جنت میں ہے نا جی, وہ تو جنت میں ہے, لیکن ہم تم لوگ یہ ماتم کیوں کرتے ہو؟ لیکن کیونکہ ہم رسول کو پاک پتہ ہے, صلی اللہ لیکن علیہ آپ وسلم لوگوں کی کو سنت پتہ ہے, ہے. رسول تو وہ پاک تو صلی اللہ علیہ جہنمی وسلم کی نہیں ہے. سنت ہے. رسول پاک صلی اللہ علیہ وسلم کو بھی پتا تھا کہ وہ جنت جائیں گے, امام حسین علیہ السلام جنت جائیں گے. رسول پاک صلی اللہ علیہ وسلم نے چیخ مار کے رویا امام حسین علیہ السلام کی مصیبت پر. وہ آپ کی کتابوں میں ثابت ہے, میں نے آپ کو دکھایا تھا آپ کی کتابوں سے محرم سے پہلے. ان لوگوں نے اپنا نام اہل سنت رکھا ہوا, اور سنت رسول صلی اللہ علیہ وسلم ہم بجا لیتے ہیں, اعتراض کرتے ہیں کہ تو جنت میں, تم کیوں روتے ہو؟ المنتخب, کتاب المنتخب من مسند عبد بن حمید, تعلیف الحافظ عبد بن حمید, متوفى سنہ 249, چاپ عالم الکتب, کتاب چھپی ہے بیروت میں. ملاحظہ فرمائیے, اس کتاب میں آپ کو لے کے چلتے ہیں صفحہ نمبر 442 میں, حدیث ام سلمہ, حدیث نمبر 1533. ملاحظہ فرمائے اگلے صفحے پر. بلی ام سلمہ رضی اللہ تعالی عنہا فرماتی ہیں کہ امام حسین علیہ الصلوۃ والسلام رسول پاک صلی اللہ علیہ وسلم کے پاس آئے, فسمعت نحیب رسول اللہ صلی اللہ علیہ وآلہ وسلم, میں نے دیکھا کہ رسول پاک صلی اللہ علیہ وسلم چیخ مار کے رو رہے ہیں, چیخیں مار کے رو رہے ہیں. نحیب کس کو بولتے ہیں؟ چیخیں مار کر رونے کو بولتے ہیں. میں نے کہا کہ یا رسول اللہ کیا ہوا؟ قال انما جاء جبريل عليه السلام وهو قاعد على بطني قائد فقال لي اتحبه؟ قال نعم. قال ان امتك ستقتله, الا اريك التربة التي يقتل بها؟ قال فقلت بلى. فضرب بجناحه فاتاني بهذه التربة فاذا في يده تربة حمراء وهو يبكي يا ليت ويقول يا ليت شعري من يقتلك بعد. تو انہوں نے رسول پاک صلی اللہ علیہ وسلم نے چیخ مار کے رویا. میں آئی ہوں, میں نے پوچھا کیا ہوا یا رسول اللہ صلی اللہ علیہ وسلم؟ کہا کہ یہ میرے ساتھ تھے, میرے سینے پہ تھے امام حسین علیہ السلام, تو جبرائیل آئے. فرمایا آپ ان سے کتنا پیار کرتے ہیں؟ میں نے کہا میں بہت پیار کرتا ہوں. فرمایا آپ کی امت ان کو قتل کر دے گی, اور آپ چاہتے ہیں کہ میں کربلا کی مٹی جہاں پہ یہ شہید ہو جائیں گے وہ مٹی آپ کو لے کے آؤں. تو فرماتے ہیں کہ میں نے کہا کہ لے کے آؤں. رسول پاک صلی اللہ علیہ وسلم, وہ مٹی ان کے ہاتھ میں, جبرائیل لے کے آئے. ام سلمہ رضی اللہ تعالیٰ عنہ فرماتی ہیں کہ وہ رسول پاک صلی اللہ علیہ وسلم کے ہاتھ میں تو وہ مٹی, وہ پیغمبر چیخ مار کے رو رہے ہیں اور کہتے جا رہے ہیں لیت شعری من یقتلک بعدی, کاش مجھے, آپ کو کون, میرے بیٹے, میرے فرزند, میرے نورعین, وہ کون ہے جو آپ کے قاتل ہیں میرے بعد؟ رسول پاک صلی اللہ علیہ وسلم, یہ نوحہ ہے پیغمبر کا, یہ نوحہ ہے, یہ جملے نوحے کے ہیں. اور اس کے علاوہ بہت سارے روایات ہیں, ٹھیک ہے نا. ہمارے لیے یہ سوالات جو ہے نا, اس طرح کے سوال کرنا ایک غمزدہ سے, کیونکہ ہمیں اہل بیت علیہ السلام سے محبت ہے, اور تم لوگ محبت کا ادعا کرتے ہو اور پھر ہم سے یہ سوال کرتے ہو کہ تم کیوں روتے ہو اہل بیت علیہ السلام کے غم میں, ماتم میں, رسول صلی اللہ علیہ وسلم کے نور عین کے مصائب میں کیوں روتے ہو؟ تو بھائی اگر کوئی کرسچن نصارہ پوچھے نا تو ہمیں عیب نہیں ہے اس بات میں, ہمیں کوئی اتنا درد نہیں ہو. جب آپ لوگ پوچھتے ہو تو ہمیں درد ہوتا ہے. یہود ہم سے پوچھے تو درد نہیں ہوتا, کیونکہ یہودیوں نے امام حسین علیہ السلام کو قتل نہیں کیا, اور یہودی رسول پاک صلی اللہ علیہ وسلم کی سنت کا ادعا نہیں کرتے. وہ پوچھ سکتے ہیں. آپ لوگ رسول اللہ صلی اللہ علیہ وسلم کی سنت کا ادعا بھی کرتے ہو, اہل بیت طاہرین علیہ الصلوۃ والسلام کے دشمنوں کو رضی اللہ بھی کہتے ہو, اور پھر ہم سے آ کے پوچھتے ہو کہ تم کیوں روتے ہو آل رسول علیہ السلام پر. بھاگ جاؤ یہاں سے, بھاگ جاؤ پٹھان, ادھر نہیں آنا, آئندہ ادھر نہیں آنا, بھاگ جاؤ پورا. میرے دوستو, اس روئے زمین تے جڑے ٹردے پھردے لوگ نے, یہ اگر اہل بیت دی معرفت نہیں رکھدے, ایک شیعہ دوست امام جعفر صادق علیہ السلام دا فرمان سناندا سی پیا, آندا ہے کہ دا مفہوم انج ہے کہ جڑے لوگ اس روئے زمین تے رہندے نے اور اہل بیت دی معرفت نہیں رکھدے, او چلدیاں پھردیاں لاشاں نے. تے میرے حساب نال جڑے ٹردیاں پھردیاں لاشاں نے, تے او انہاں تو کی بندہ توقع کر سکدا ہے؟ انہاں نے کیڑا کوئی چنگا کام کرنا ہے؟ او انہاں والوں بالکل بندہ توقع رکھ ہی نہیں سکدا. تسی اہل بیت
ਬੈਤ ਦੇ ਫਜ਼ਾਇਲ ਜਿੰਨੇ ਮਰਜ਼ੀ ਬਿਆਨ ਕਰੋ, ਕੁਰਾਨ ਪਾਕ ਦੀਆਂ ਆਯਾਤ ਮੁਬਾਰਕਾ ਜਿੰਨੀਆਂ ਮਰਜ਼ੀ ਪੜੋ ਤੁਸੀਂ, ਰਸਾਲਤ ਮੁਆਬ ਸੱਲੱਲਾਹੁ ਅਲੈਹਿ ਵਸੱਲਮ ਦੇ ਫਰਮਾਨੇ ਆਲੀ ਸ਼ਾਨ ਜਿੰਨੇ ਮਰਜ਼ੀ ਬਿਆਨ ਕਰੋ। ਸਾਡੇ ਸੁਨਨਤ ਵਲ ਜਮਾਤ ਵਾਲਿਆਂ ਦਾ ਇਜਮਾ ਹੋ ਚੁੱਕਿਆ ਹੈ, ਇਹਨਾਂ ਨੇ ਸਿਰਫ ਔਰ ਸਿਰਫ ਜਿੰਨੇ ਵੀ ਸਹਾਬਾ ਇਕਰਾਮ ਨੇ ਉਹਨਾਂ ਦੇ ਫਜ਼ਾਇਲ ਜਿਹੜੇ ਨੇ ਉਹ ਬਿਆਨ ਕਰਨੇ ਨੇ। ਅਗਰ ਤੁਸੀਂ ਫਜ਼ਾਇਲ ਬਿਆਨ ਕਰੋਗੇ, ਸ਼ੀਆ ਲੋਕ ਵੀ ਅਗਰ ਬਿਆਨ ਕਰਨਗੇ ਤੇ ਤੁਹਾਡੇ ਨਾਲ ਤਲਕ ਬਣਾ ਲੈਣਗੇ, ਦੋਸਤੀ ਬਣ ਜਾਏਗੀ। ਅਗਰ ਤੁਸੀਂ ਫਜ਼ਾਇਲ ਸਿਰਫ ਔਰ ਸਿਰਫ ਮੁਹੰਮਦ ਵਾਲੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਤੁਸੀਂ ਬਿਆਨ ਕਰੋਗੇ ਤੇ ਜ਼ਾਹਿਰ ਫਿਰ ਜੋ ਅਜ਼ੀਤਾਂ ਇਹ ਦਿੰਦੇ ਨੇ ਪਏ 1400 ਸਾਲ ਤੋਂ ਜੋ ਕੁਛ ਇਹ ਕਰਦੇ ਨੇ ਪਏ, ਜਿੰਨੀਆਂ ਦੁੱਖ ਤਕਲੀਫ ਦੇ ਸਕਦੇ ਨੇ, ਭਾਵੇਂ ਤੀਰਾਂ ਨਾਲ ਦੇਣ, ਤਲਵਾਰਾਂ ਨਾਲ ਦੇਣ, ਚਾਕੂਆਂ ਨਾਲ ਦੇਣ, ਜ਼ਹਿਰ ਦੇ ਕੇ ਦੇਣ ਜਾਂ ਭਾਵੇਂ ਬਾਰੂਦ ਇਸਤੇਮਾਲ ਕਰਨ, ਇਹ ਇਹਨਾਂ ਦੇ ਮਿਸ਼ਨ ਇਹਨਾਂ ਨੂੰ ਲੱਭ ਚੁੱਕੇ ਨੇ, ਯਹੂਦੋ ਨਸਾਰਾ ਦੀ ਤਰਫੋਂ ਲੱਭੇ ਨੇ ਤੇ ਜ਼ਾਹਿਰ ਉਹਨਾਂ ਮਿਸ਼ਨਾਂ ਤੋਂ ਪਿੱਛੇ ਹਟ ਹੀ ਨਹੀਂ ਸਕਦੇ। ਇਸ ਲਈ ਮੇਰੇ ਹਿਸਾਬ ਨਾਲ ਇਹਨਾਂ ਦਾ ਦੁੱਖ ਤਕਲੀਫ ਕਰਕੇ ਤੇ ਮੇਰੇ ਹਿਸਾਬ ਨਾਲ ਲੱਭਤ ਕੱਖ ਵੀ ਨਹੀਂ। ਲੱਭਤ ਇੰਨੀ ਹੈ ਕਿ ਇਹ ਲੋਕ ਸਿਰਫ ਬੇਵਕੂਫ ਸਮਝਣਗੇ ਕਿ ਯਾਰ ਇਹ ਅਹਿਲੇ ਬੈਤ ਦੀ ਗੁਫ਼ਤਗੂ ਕਰਦੇ ਨੇ, ਹਾਲਾਂਕਿ ਇਹ ਸੋਚਦੇ ਨੇ ਕਿ ਜਿਸ ਕੰਮ ਤੇ ਜ਼ਿਆਦਾ ਲੋਕ ਇਕੱਠੇ ਹੋ ਗਏ ਨੇ ਉਸ ਸ਼ੈਵਾਂ ਨੂੰ ਮੰਨ ਲੈਣਾ ਚਾਹੀਦਾ ਹੈ, ਔਰ ਜਿਨ੍ਹਾਂ ਦੇ ਫਜ਼ਾਇਲ ਲੱਭਦੇ ਨੇ ਜਾਂ ਨਹੀਂ ਲੱਭਦੇ। ਅਗਰ ਕੋਈ 1000 ਸਾਲ ਪਹਿਲੇ ਵੀ ਕੋਈ ਗਿੱਠਾ ਨਾਪ ਕੇ ਤੇ ਕਿਸੇ ਦੇ ਫਜ਼ਾਇਲ ਲਿਖ ਗਿਆ ਵਿੱਚ ਜਨਾਬ ਜੀ ਮਿਲਾਵਟ ਕਰ ਗਿਆ, ਆਂਦੇ ਨੇ ਉਹ ਮਿਲਾਵਟ ਵਾਲਾ ਕੰਮ ਮੰਨਦੇ ਵੀ ਨੇ ਕਿ ਮਿਲਾਵਟ ਹੋਈ ਹੈ, ਲੇਕਿਨ ਉਹਦੇ ਵਿੱਚੋਂ ਛਾਂਟੀ ਨਹੀਂ ਕਰਨਾ ਚਾਹੁੰਦੇ। ਮਿਲਾਵਟ ਵਾਲੀਆਂ ਸ਼ੈਵਾਂ ਉਹਨਾਂ ਚੋਂ ਫਜ਼ਾਇਲ ਲੱਭਦੇ ਨੇ, ਆਂਦੇ ਨੇ ਬਸ ਇਹ ਫਜ਼ਾਇਲ ਲਈ ਜਾਓ ਚੁੱਪ ਕਰਕੇ, ਸਿਰ ਨੀਵਾਂ ਕਰਕੇ ਤੇ ਕੋਈ ਜ਼ਿਕਰ ਨਾ ਕਰੋ। ਮੁਖਾਲਫਤ ਤੁਸੀਂ ਕਰੋਗੇ ਤੇ ਜਨਾਬ ਜੀ ਤੁਹਾਡੀ ਖੈਰ ਨਹੀਂ ਹੈ, ਕਤਲੋ ਗਾਰਤ ਹੋਏਗੀ ਜਨਾਬ ਜੀ। ਔਰ ਇਹ ਮੌਲਵੀ ਤੁਹਾਨੂੰ ਇੰਜ ਇਕੱਠੇ ਹੋਏ ਨਜ਼ਰ ਆਣਗੇ ਜਿਸ ਤਰ੍ਹਾਂ ਤੁਸੀਂ ਕਾਂ, ਤੁਸੀਂ ਤੱਕੋ ਨਾ ਅਸਮਾਨ ਤੇ ਇਕੱਠੇ ਹੋ ਜਾਂਦੇ ਨੇ। ਇੱਕ ਕਾਂ ਨੂੰ ਤੁਸੀਂ ਫੜ ਕੇ ਉਹਦੇ ਨਾਲ ਕੁਛ ਉਨੀ ਵੀ ਕਰੋ ਤੇ ਬਾਕੀ ਕਾਂ ਇਕੱਠੇ ਕਿਸ ਤਰ੍ਹਾਂ ਹੁੰਦੇ ਨੇ, ਇਸ ਤਰ੍ਹਾਂ ਇਕੱਠੇ ਹੋਣਗੇ। ਉਹਦੇ ਵਿੱਚ ਹਰ ਬੰਦੇ ਨੂੰ ਚਾਹੀਦਾ ਹੈ ਕਿ ਉਹ ਆਪਣੀ ਆਪਣੀ ਫਿਕਰ ਕਰੇ ਹੁਣ, ਕਿਉਂਕਿ ਐਂਡ ਆਫ ਟਾਈਮ ਚੱਲਦਾ ਪਿਆ, ਐਂਡ ਆਫ ਟਾਈਮ ਚੱਲਦਾ ਪਿਆ। ਉਹਦੇ 'ਚ ਆਪਣੀ ਫੈਮਿਲੀ ਦੀ ਫਿਕਰ ਕਰੋ, ਤੁਸੀਂ ਜਿੰਨਾ ਕੁਝ ਅੱਛੇ ਤਰੀਕੇ ਨਾਲ ਤੁਸੀਂ ਬਿਆਨ ਕਰ ਸਕਦੇ ਹੋ, ਔਰ ਉਹਨਾਂ ਲੋਕਾਂ ਅੱਗੇ ਬਿਆਨ ਕੀਤਾ ਜਾਏ ਜਿਨ੍ਹਾਂ ਦੇ ਕੋਈ ਸੈਂਸਿਸ ਕੰਮ ਕਰਦੇ ਨੇ, ਜਿਨ੍ਹਾਂ ਦੇ ਕੋਈ ਦਿਮਾਗ ਕੰਮ ਕਰਦੇ ਨੇ, ਤੇ ਮੇਰੇ ਹਿਸਾਬ ਨਾਲ ਇਨਸਾਨਾਂ ਲਈ ਆਸਾਨੀ ਪੈਦਾ ਹੋ ਸਕਦੀ ਹੈ, ਨਹੀਂ ਤੇ ਮੁਸ਼ਕਲ ਤਰੀਨ ਕੰਮ ਹੁੰਦਾ ਚਲਾ ਜਾਏਗਾ। ਅੱਲਾਹ ਸਾਰਿਆਂ ਲਈ ਆਸਾਨੀ ਪੈਦਾ ਫਰਮਾਏ। ਜਿਹੜੇ ਜਿਹੜੇ ਮੁਹੰਮਦ ਵਾਲੇ ਮੁਹੰਮਦ ਦੀ ਮਾਰਫਤ ਰੱਖਦੇ ਨੇ, ਇੱਕ ਦੂਏ ਦੇ ਨਾਲ ਤੁਸੀਂ ਇੱਕ ਦੂਏ ਦੀ ਕੋਈ ਗਲਤੀਆਂ ਤੁਸੀਂ ਅਗਰ ਮਾਫ ਕਰੋਗੇ ਤਾਂ ਮੇਰੇ ਹਿਸਾਬ ਨਾਲ ਹੋਰ ਅੱਛਾ ਹੁੰਦਾ ਜਾਏਗਾ। ਇੱਕ ਬੰਦਾ ਕਿਸੇ ਅਹਿਲੇ ਬੈਤ ਦੇ ਮੰਨਣ ਵਾਲਿਆਂ ਦੀ ਕੋਈ ਦਾਵਤ ਕਰਦਾ ਆਂਦਾ ਜੀ, ਉਹਦਾ ਵੀ ਬੜਾ ਅਜਰ ਹੈ। ਉਹ ਦਾਵਤ ਤੇ ਫਿਰ ਪੈਸੇ ਲੱਗਣੇ ਨੇ। ਅਗਰ ਤੁਸੀਂ ਉਹਦੀ ਕੋਈ ਗਲਤੀ ਮਾਫ ਕਰਦੇ ਹੋ ਤੇ ਉਹ ਕਿਸੇ ਹੋਰ ਐਂਗਲ ਤੋਂ ਅਗਰ ਸੋਚਦਾ ਹੈ ਪਿਆ, ਉਹ ਗਲਤੀਆਂ ਤੁਸੀਂ ਮਾਫ ਕਰੋਗੇ, ਮੇਰੇ ਹਿਸਾਬ ਨਾਲ ਇਹਦੇ ਨਾਲ ਇੱਕ ਇਤਿਹਾਦ ਦੀ ਫਜ਼ਾ ਵੀ ਕਾਇਮ ਹੋ ਸਕਦੀ ਹੈ। ਆਪਸ ਵਿੱਚ ਕਮ ਸੇ ਕਮ ਬੰਦੇ ਜਿਹੜੇ ਨੇ ਨਾ ਮਿਲ ਕੇ ਟੁਰ ਸਕਦੇ ਨੇ। ਤੇ ਮੇਰੇ ਦੋਸਤੋ ਇੱਕ ਦੂਜੇ ਦਾ ਅਹਿਸਾਸ ਕੀਤਾ ਜਾਏ, ਖਿਆਲ ਕੀਤਾ ਜਾਏ, ਮੇਰੇ ਹਿਸਾਬ ਨਾਲ ਇਹ ਵੀ ਬੜਾ ਬਿਹਤਰ ਕੰਮ ਹੈ। ਇਨਸ਼ਾਅੱਲਾ ਦੋਸਤੋ ਮੈਂ ਨਵੀਂ ਵੀਡੀਓ ਦੇ ਨਾਲ ਫਿਰ ਹਾਜ਼ਰ ਖਿਦਮਤ ਹੋਣਾ। ਬਹੁਤ ਸ਼ੁਕਰੀਆ।